ਵੈਲਕਮ ਆ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਵਿਦ ਜੱਸੀ ਦੇ ਵਿੱਚ। ਹੋਪ ਸੋ ਸਾਰੇ ਬਹੁਤ ਵਧੀਆ ਹੋਵੋਗੇ। ਆਈ ਐਮ ਆਲਸੋ ਗੁੱਡ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ, ਦੇਖ ਕੇ ਛੱਡਣਾ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਹੈ ਔਰ ਬੈਲ ਆਈਕਨ ਪ੍ਰੈਸ ਕਰਨਾ ਤਾਂ ਬਿਲਕੁਲ ਵੀ ਨਾ ਭੁੱਲਣਾ, ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕੀਤੀ ਜਾਵੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਸਕੇ, ਤੁਸੀਂ ਉਸ ਵੀਡੀਓ ਨੂੰ ਦੇਖ ਸਕੋ। और जो वीडियो फर्स्ट टाइम देख रहा रिक्वेस्ट है चैनल पर जरूर विजिट करो, तो बहुत सारी वीडियोज़ पे जो कॉम्पिटेटिव एग्जाम रिगार्डिंग तरह यूजफुल हो सकते हैं। सो प्लीज़ लाइक शेयर चैनल सबसक्राइब जरूर करो, कमेंट जरूर करो कि वीडियो तुहानूं किवें दी लगी। जिवें कि आप पी एस टेट ते सी टेट की तैयारी कर रहे हैं, आप रेगूलर क्लासिस ले रहे हैं, प्रैक्टिस पेपर कर रहे हैं। सो सी डी पी और इंग्लिश का और एक होंदा वा एस एस टी एंड पंजाबी का, कई बार मैं एक वीडियो भी बना दिंदी हाँ, डिपेंड करता है टाइम पर। सो आप सी डी पी के 30 क्वेश्चन करते हैं। जब एक अध्यापक बच्चों ਨੂੰ जमात ਵਿੱਚ आंकलन कर रहा ਹੁੰਦਾ है, ਇਹਨਾਂ ਵਿੱਚੋਂ ਕਿਹੜਾ ਉਦੇਸ਼ ਉਸ 'ਤੇ ਵਿਸ਼ਵਾਸਯੋਗ ਨਜ਼ਰਅੰਦਾਜ਼ ਕੀਤਾ ਜਾਂਦਾ ਹੈ? ਇਕੱਲਾ ਅਭਿਰੁਚੀ ਯਾਦ ਕਰਨ ਦੇ ਤਰੀਕਿਆਂ ਨੂੰ ਸ਼ਾਮਿਲ ਨਹੀਂ ਕਰਨਾ ਚਾਹੀਦਾ। ਜਦ ਵੀ ਤੁਸੀਂ ਇੱਕ ਬਹੁਪੰਥੀ ਚੋਣ ਵਾਲਾ ਪ੍ਰਸ਼ਨ ਬਣਾ ਰਹੇ ਹੁੰਦੇ ਹੋ, ਗਲਤ ਉੱਤਰ ਇੱਕ ਚੁਣਾਵ ਵਾਂਗੂ ਸਹੀ ਉੱਤਰ ਨਾਲ ਆਉਂਦੇ ਹਨ। ਇਹਨਾਂ ਗਲਤ ਜਵਾਬਾਂ ਨੂੰ ਤੁਸੀਂ ਕੀ ਕਹੋਗੇ? ਧਿਆਨ ਹਟਾਉਣ ਵਾਲੇ। ਕਿਸੇ ਬਾਰੇ ਪੁੱਛ ਕੇ ਪੜ੍ਹਨ ਵਾਲੀ ਜਾਣਕਾਰੀ ਦਾ ਇਹਨਾਂ ਵਿੱਚੋਂ ਕਿਹੜੇ ਤੱਤਾਂ ਵਿੱਚ ਜੁੜਿਆ ਹੈ? ਪਰਿਕਲਪਨਾ, ਆંકੜੇ ਇਕੱਠੇ, ਨਿਸ਼ਕਰਸ਼ ਬਣਾਉਣਾ, ਅਸਲੀ ਸਮੱਸਿਆ ਵੇਖਣਾ। ਇਸ ਸਮੇਂ ਵਿੱਚ ਜਿਹੜੀ ਅਵਸਥਾ ਹੈ ਉਹ ਸੈਕਸ ਬਾਰੇ ਦੁਬਾਰਾ ਜਗਾਉਣ ਦੀ ਹੈ। ਅੱਜ ਕੱਲ੍ਹ ਸੈਕਸ ਦਾ ਮਜ਼ਾ ਹੁਣ ਪਰਿਵਾਰ ਤੋਂ ਬਾਹਰ ਬਣ ਚੁੱਕਿਆ ਹੈ। ਇਹ ਅਵਸਥਾ ਫਰਾਇਡਸ ਦੀ ਸਾਈਕੋਲੋਜੀਕਲ ਥਿਊਰੀ ਵਿੱਚ ਕੀ ਹੈ? ਵੰਸ਼ਣਗਤ। ਇਹਨਾਂ ਵਿੱਚੋਂ ਕਿਹੜਾ ਪਹਿਲਾ ਉਪਯੋਗੀ ਵਿਅਕਤੀਗਤ ਬੁੱਧੀਮੱਤਾ ਦੀ ਪਰਖ ਨੂੰ ਵਿਕਸਿਤ ਤੇ ਬਣਾਉਣ ਵਾਲਾ ਵਿਅਕਤੀ ਕੌਣ ਹੈ? ਬਾਈਨੈਟ। ਰੋਜ਼ਾਨਾ ਜਮਾਤ ਵਿੱਚ ਜਿੰਨੇ ਵੀ ਘੱਟ ਦੇਖਣ ਯੋਗਤਾ ਵਾਲੇ ਬੱਚੇ ਹੁੰਦੇ ਹਨ, ਉਹਨਾਂ ਦੀ ਕੰਮ ਕਰਨ ਵਿੱਚ ਮਦਦ ਲਈ ਖਾਸ ਚੀਜ਼ਾਂ ਅਤੇ ਰਣਨੀਤੀਆਂ ਇਹਨਾਂ ਵਿੱਚੋਂ ਕੀ ਸ਼ਾਮਿਲ ਕਰਨਾ ਚਾਹੀਦਾ ਹੈ? ਵੱਡੇ ਪ੍ਰਿੰਟ ਵਾਲੀ ਟਾਈਪਿੰਗ ਮਸ਼ੀਨ। ਇਹਨਾਂ ਵਿੱਚੋਂ ਕਿਹੜਾ ਸਭ ਤੋਂ ਸਿੱਧਾ ਸਮਾਵੇਸ਼ ਦੀ ਨੀਤੀ ਨਾਲ ਸੰਬੰਧਿਤ ਨਹੀਂ ਹੈ? ਕੁਆਟੋ ਪ੍ਰੋਟੋਕਾਲ। ਡੈਸ਼ ਇੱਕ ਜਨਮਜਾਤ ਆਪਣੇ ਆਪ ਜਵਾਬ ਦੇਣ ਵਾਲਾ ਇੱਕ ਖਾਸ ਉਤੇਜਨਾ ਦੀ ਅਵਸਥਾ ਹੈ। ਪਲਟਿਆ ਹੋਇਆ। ਡੈਸ਼ ਅਨੁਕੂਲਨ ਬਹੁਤ ਛੋਟੇ ਬੱਚੇ ਇਸ ਹਿਸਾਬ ਨਾਲ ਵਰਤਾਓ ਅਤੇ ਚੱਲਣ ਵਰਤਾਵਣ ਵੀ ਸਿੱਖਦੇ ਹਨ, ਅਤੇ ਇੱਕ ਉਤੇਜਨਾ ਜਿਹੜੀ ਉਹਨਾਂ ਦਾ ਪਿੱਛਾ ਕਰਦੀ ਹੈ ਉਹ ਇਸ ਸੰਭਾਵਨਾ ਨੂੰ ਬਦਲ ਦਿੰਦੀ ਹੈ ਕਿ ਉਹਨਾਂ ਦਾ ਉਹੀ ਵਰਤਾਓ ਫਿਰ ਤੋਂ ਦੁਬਾਰਾ ਰਹੇਗਾ। ਸਫੁਰਤੀ ਜਾਂ ਕਿਰਿਆਸ਼ੀਲਤਾ। ਨੈਕਸਟ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜੇ ਦੋ ਪਿਆਜ਼ੇ ਦੇ ਸਿੱਖਣ ਦੇ ਸਿਧਾਂਤ ਦੇ ਫਾਰਮੂਲ ਆਪਰੇਸ਼ਨ ਦੇ ਦੋ ਮਹੱਤਵਪੂਰਨ ਚਿੰਨ੍ਹ ਹਨ? ਹਾਈਪੋਥੈਟਿਕ ਡਿਡਕਟਿਵ ਰੀਜ਼ਨਿੰਗ ਅਤੇ ਪੋਜੀਸ਼ਨਲ ਵਿਚਾਰ। ਹੇਠ ਲਿਖਿਆਂ ਵਿੱਚੋਂ ਕਿਹੜਾ ਮੌਖਿਕ ਜਾਣਕਾਰੀ ਸਿੱਖਣ ਦਾ ਤਰੀਕਾ ਨਹੀਂ ਹੈ? ਨਮੂਨੇ ਨੂੰ ਪਰਿਕਲਪਨਾ ਨਾਲ ਢਾਂਚਾ ਸਿੱਖਣਾ। ਡੈਸ਼ ਇਹ ਸਧਾਰਨ ਤੌਰ 'ਤੇ ਰਚਨਾਵਾਰ ਨਾਲ ਸੰਬੰਧਿਤ ਨਹੀਂ ਹੈ। ਪਰੰਪਰਾਵਿਕ ਅਵਸਥਾ। ਭਾਸ਼ਾ ਦੇ ਬਾਰੇ ਸੋਚਣ ਦੀ ਕਾਬਲੀਅਤ ਦਾ ਪ੍ਰਬੰਧ ਕੀ ਹੈ? ਬਹੁਭਾਸ਼ੀ ਜਾਗਰਤੀ। ਮੁਹਾਰਤ ਪ੍ਰਾਪਤ ਵਿਦਿਆਰਥੀਆਂ ਲਈ ਨੈਤਿਕ ਉਪਲਬਧੀ ਤੇ ਦੇਖਣ ਦੀ ਯੋਗਤਾ ਦਾ ਵਿਕਾਸ ਵੱਧ ਸਕਦਾ ਹੈ, ਇਸ ਲਈ ਧਿਆਨ ਕੇਂਦਰਿਤ ਕਰਨ। ਆਪਣੀ ਮੁਹਾਰਤ ਦਾ ਉਦੇਸ਼ ਆਪਣੇ ਗੁਣਾਂ ਤੇ ਯੋਗਤਾਵਾਂ ਨਾਲ ਵਧਾਉਣ ਲਈ। ਟੋਰੈਂਸ ਦੇ ਅਨੁਸਾਰ ਜਦ ਅਸੀਂ ਕਿਸੇ ਸਿਰਜਣਾਤਮਕ ਦੀ ਜਾਂਚ ਕਰਦੇ ਹਾਂ ਤਾਂ ਔਨ ਏ ਗ੍ਰਾਫਿਕ ਟੈਸਟ ਯੂਜ਼ ਟੂ ਅਸੈਸ ਕ੍ਰੀਏਟੀਵਿਟੀ ਅਮੰਗ ਇੰਡੀਵਿਜੂਅਲ, ਤੁਸੀਂ ਇਹਨਾਂ ਨੂੰ 30 ਅੱਧੇ ਗੋਲੇ ਦਿਓ ਅਤੇ ਕਹੋਗੇ 30 ਵੱਖਰੇ ਚਿੱਤਰ ਬਣਾਓ। ਹੋਰ ਦੂਜੇ ਕੰਮ ਵਿੱਚ ਕਹੋਗੇ ਤੁਸੀਂ ਖਿਡੌਣੇ ਬਣਾਓ ਜਿਨ੍ਹਾਂ ਨਾਲ ਖੁਸ਼ੀ ਨਾਲ ਖੇਡੋ। ਇਹਨਾਂ ਬਾਰੇ ਕੰਮਾਂ ਦਾ ਜਵਾਬ ਅੰਕਿਤ ਕਰ ਸਕਦੇ ਹਾਂ। 3 ਵੱਖਰੀ ਸੋਚ ਦੇ ਪਹਿਲੂਆਂ ਦੇ ਨਾਂ ਹਨ: ਅਸਲੀਅਤ, ਰਫਤਾਰ ਤੇ ਲਚਕੀਲਾਪਨ। ਵਾਈਗੋਸਕੀ ਦੇ ਸਿਧਾਂਤ ਦੇ ਅਨੁਸਾਰ ਇੱਕ ਕਿਰਿਆ ਵਿੱਚ 2 ਹਿੱਸੇ ਲੈਣ ਵਾਲੇ ਇੱਕ ਕੰਮ ਨੂੰ ਵੱਖਰੀ ਸਮਝਣਾ ਸ਼ੁਰੂ ਕਰਦੇ ਹਨ, ਪਰ ਉਹ ਦੋਨੇ ਇੱਕ ਹੀ ਮਿਲੇ ਜੁਲੇ ਵਿਚਾਰਾਂ ਵਿੱਚ ਆ ਜਾਂਦੇ ਹਨ। ਉਸਨੂੰ ਕੀ ਕਹਿੰਦੇ ਹਨ? ਇੰਟਰਸਬਜੈਕਟਿਵਿਟੀ। ਲਾਰੈਂਸ ਕੋਲਬਰਗ ਦੇ ਅਨੁਸਾਰ ਬੱਚੇ ਆਪਣੇ ਵਰਗਿਆਂ ਵਿੱਚ ਸਥਿਰਤਾ ਨਹੀਂ ਬਣਾ ਸਕਦੇ। ਇਸ ਚੀਜ਼ ਦੀ ਸਮਝ ਉਹਨਾਂ ਨੂੰ ਹੌਲੀ ਹੌਲੀ ਮਿਲਦੀ ਹੈ ਜਦ ਇਹ ਬੱਚੇ ਇਹਨਾਂ ਹੇਠ ਲਿਖੀਆਂ ਡੈਸ਼ ਅਵਸਥਾਵਾਂ ਵਿੱਚੋਂ ਲੰਘਦੇ ਹਨ: ਲਿੰਗ ਲੈਬਲਿੰਗ, ਲਿੰਗ ਸਥਿਰਤਾ, ਲਿੰਗ ਨਿਰੰਤਰਤਾ। ਰੁਕ ਰੁਕ ਕੇ ਪ੍ਰੋਤਸਾਹਨ ਦੇਣ ਦੀ ਵਿਧੀ ਦੇ 2 ਪ੍ਰਕਾਰ ਹੁੰਦੇ ਹਨ: ਮੱਧ ਵਾਲਾ ਨਿਯਮ ਅਤੇ ਅਨੁਪਾਤੀ ਨਿਯਮ। ਨਿੱਜੀ ਤੱਤ, ਸਰੀਰਕ ਤੱਤ, ਸਮਾਜਿਕ ਵਾਤਾਵਰਣ ਅਤੇ ਉਹਨਾਂ ਦਾ ਵਰਤਾਓ ਇਹ ਸਭ ਪ੍ਰਭਾਵਿਤ ਹੁੰਦੇ ਹਨ ਅਤੇ ਇੱਕ ਦੂਜੇ ਨੂੰ ਪ੍ਰਭਾਵਿਤ ਵੀ ਕਰਦੇ ਹਨ। ਬੰਡੂਰਾ ਸੰਪਰਕ ਦੀਆਂ ਇਹਨਾਂ ਸ਼ਕਤੀਆਂ ਨੂੰ ਕੀ ਕਹਿੰਦੇ ਹਨ? ਪਰਸਪਰ ਦ੍ਰਿੜ ਸ਼ਕਤੀ।
ਇੱਕ ਅਧਿਆਪਿਕਾ ਜਾਣਨਾ ਚਾਹੁੰਦੀ ਹੈ ਕਿ ਇੱਕ ਸੈਕਸ਼ਨ ਦੇ ਖਤਮ ਹੋਣ ਤੋਂ ਬਾਅਦ ਉਸ ਦੇ ਵਿਸ਼ੇ ਵਿੱਚ ਪੂਰਨਤਾ ਕਿੰਨੀ ਹੈ ਅਤੇ ਕਿਸ ਸਤਰ 'ਤੇ ਹੈ। ਇਸ ਲਈ ਉਹ ਇੱਕ ਟੈਸਟ ਲੈਂਦੀ ਹੈ ਤੇ ਉਹ ਆਪਣਾ ਉਦੇਸ਼ ਪੂਰਾ ਕਰ ਸਕੇ। ਜਿਹੜਾ ਮੁਲਾਂਕਣ ਉਹ ਕਰ ਰਹੀ ਹੈ ਉਸ ਨੂੰ ਮੁੱਖ ਰੂਪ ਵਿੱਚ ਕੀ ਕਹਿੰਦੇ ਹਨ? ਸਮੈਟਿਵ ਆਕਲਨ। ਇੱਕ ਖੁਸ਼ਮਿਜ਼ਾਜ ਵਿਦਿਆਰਥੀ ਜੋ ਲੱਗਦਾ ਹੈ ਕਿ ਮਿਹਨਤੀ ਹੈ, ਉਹ ਜਮਾਤ ਵਿੱਚ ਘੱਟ ਪਰੇਸ਼ਾਨੀ ਪੈਦਾ ਕਰਦਾ ਹੈ, ਜਿਸ ਦਾ ਉਸ ਨੂੰ ਲਾਭ ਹੁੰਦਾ ਹੈ। ਜੋ ਗ੍ਰੇਡ ਮਿਲਣੇ ਚਾਹੀਦੇ ਹਨ ਉਸ ਤੋਂ ਵੱਧ ਪ੍ਰਾਪਤ ਹੁੰਦੇ ਹਨ, ਜਦ ਕਿ ਇੱਕ ਬਹੁਤ ਸ਼ਰਾਰਤੀ ਵਿਦਿਆਰਥੀ ਜੋ ਜਮਾਤ ਤੋਂ ਪਰੇਸ਼ਾਨੀ ਪੈਦਾ ਕਰਦਾ ਉਸ ਨੂੰ ਨੀਵਾਂ ਗ੍ਰੇਡ ਮਿਲਦਾ ਹੈ। ਇਹ ਇੱਕ ਉਦਾਹਰਨ ਹੈ ਯੋਗਤਾ ਦਾ ਪ੍ਰਭਾਵ। ਕੋਲਬਰਗ ਦੀ ਨੈਤਿਕ ਕਾਰਨਾਂ ਦੀ ਵਿਚਾਰਧਾਰਾ ਦੇ ਅਨੁਸਾਰ ਇਹਨਾਂ ਵਿੱਚੋਂ ਕਿਹੜਾ ਸਭ ਤੋਂ ਸਹੀ ਜੋੜ ਹੈ? ਰਵਾਇਤੀ ਨੈਤਿਕ ਤਰਕ, ਕਾਨੂੰਨ ਨੂੰ ਮੰਨਣ ਸੰਬੰਧੀ ਜਾਣਕਾਰੀ। ਸਾਂਸਕ੍ਰਿਤਿਕ ਸੰਬੰਧਾਂ ਬਾਰੇ ਸਿੱਖਿਆ ਸ਼ਾਸਤਰ ਨੂੰ ਇਹਨਾਂ ਵਿੱਚ ਕਿਹੜੀ ਰਣਨੀਤੀ ਨਾਲ ਜੋੜ ਸਕਦੇ ਹਾਂ? ਸਮਾਜਿਕ ਬਰਾਬਰਤਾ ਬਾਰੇ ਸਹਿਯੋਗ ਵਧਾਉਣ ਲਈ ਵੱਖਰੇ ਸਮੂਹ ਬਣਾਉਣ 'ਤੇ ਪ੍ਰਯੋਗ ਕਰੋ। ਰੈਜ਼ਲੀ ਦੀ ਰੀਸ ਦੇ ਅਨੁਸਾਰ ਇਹਨਾਂ ਵਿੱਚੋਂ ਕਿਹੜੇ ਗੁਣ ਉਹਨਾਂ ਲੋਕਾਂ ਨਾਲ ਜੋੜੇ ਜਾ ਸਕਦੇ ਹਨ ਜਿਹੜੇ ਕਿ ਕੁਦਰਤ ਵੱਲੋਂ ਵਰਦਾਨ ਹੁੰਦੇ ਹਨ, ਜੋ ਲਗਾਤਾਰ ਕੰਮ ਕਰਦੇ ਹਨ, ਜਿਨ੍ਹਾਂ ਦੀ ਉਕਸਾਹਟ ਸ਼ਕਤੀ ਵੱਧ ਹੁੰਦੀ ਹੈ, ਬਹੁਤ ਸਿਰਜਣਾਤਮਕ ਹੁੰਦੇ ਹਨ। ਰਾਸ਼ਟਰੀ ਪਾਠਕ੍ਰਮ ਢਾਂਚੇ ਦੀ ਸਿੱਖਿਆ ਦੇ ਪੋਜੀਸ਼ਨ ਪੇਪਰ ਦੇ ਅਨੁਸਾਰ ਜ਼ਰੂਰਤਾਂ ਸਿੱਧਾ ਇਹਨਾਂ ਤੋਂ ਕਿਹੜੇ ਬੱਚਿਆਂ ਦੇ ਸਮਾਵੇਸ਼ਨ ਦੀ ਲਾਭ ਨਾਲ ਜੋੜੇ ਜਾ ਸਕਦੇ ਹਨ? ਆਪਣਾ ਸਾਰਾ ਸਕੂਲ ਦਾ ਸਮਾਂ ਉਹਨਾਂ ਬੱਚਿਆਂ ਨਾਲ ਬਿਤਾਉਣ ਜੋ ਵੱਖਰੀਆਂ ਯੋਗਤਾਵਾਂ ਵਾਲੇ ਹਨ ਅਤੇ ਉਹਨਾਂ ਨੂੰ ਕਾਫੀ ਸਾਰੇ ਸਮਾਜਿਕ ਮੇਲ ਜੋਲ ਦੇ ਮੌਕੇ ਦੇਣ ਜੋ ਕਿ ਅਲੱਗ ਪ੍ਰਬੰਧ ਵਿੱਚ ਮੌਜੂਦ ਨਾ ਹੋਣ। ਆਪਣੇ ਇੱਕ ਅਧਿਐਨ ਦੇ ਦੌਰਾਨ ਐਲੀਨੋਰ ਗਿਬਸਨ ਅਤੇ ਰਿਜ਼ਰਡ ਵਾਕ ਨੇ 1960 ਵਿੱਚ ਬੱਚਿਆਂ ਲਈ ਇੱਕ ਦੇਖਣਯੋਗ ਚਟਾਨ ਤਿਆਰ ਕੀਤੀ, ਜਿਸ ਵਿੱਚ ਇਹ ਦੱਸਿਆ ਗਿਆ ਸੀ ਕਿ ਬਹੁਤ ਛੋਟੇ ਬੱਚਿਆਂ ਦੇ ਕੋਲੋਂ ਕੋਈ ਵਸਤੂ ਬਹੁਤ ਦੂਰ ਰੱਖ ਦਿੱਤੀ ਜਾਵੇ ਅਤੇ ਉਸ ਵਸਤੂ ਦੀ ਦੂਰੀ ਦਾ ਅਨੁਮਾਨ ਲਗਾਉਣ ਦੀ ਯੋਗਤਾ ਉਹਨਾਂ ਵਿੱਚ ਹੁੰਦੀ ਹੈ। ਇਹ ਯੋਗਤਾ ਜੋ ਕਿ ਉਹਨਾਂ ਦੇ ਬਹੁਤ ਛੋਟੇ ਬੱਚਿਆਂ ਨੂੰ ਆਪਣੇ ਆਸ-ਪਾਸ ਦੇ ਵਾਤਾਵਰਨ ਨੂੰ ਸਮਝਣ ਦੇ ਕਿਰਿਆਤਮਕ ਹੈ, ਗਹਿਰੀ ਸਮਝ। ਨੈਕਸਟ ਕੀ ਹੈ? ਇੱਕ ਪ੍ਰੀ ਸਕੂਲ ਦਾ ਵਿਦਿਆਰਥੀ ਚਿੜੀਆ ਘਰ ਵਿੱਚ ਜੈਬਰੇ ਨੂੰ ਵੇਖ ਕੇ ਉਸ ਨੂੰ ਘੋੜਾ ਬੁਲਾਉਂਦਾ ਹੈ। ਹੇਠ ਲਿਖਿਆਂ ਵਿੱਚੋਂ ਉਸਨੇ ਕਿਹੜੀ ਵਿਧੀ ਦੀ ਵਰਤੋਂ ਕੀਤੀ ਹੈ? ਘੁਲ ਮਿਲ ਜਾਣ ਦੀ ਵਿਧੀ। ਨੈਕਸਟ ਕੁਐਸਚਨ ਕੀ ਆ? ਜੋ ਕਾਰਜਕਾਰੀ ਤਰੀਕੇ ਜੋ ਕਿ ਇੱਕ ਬੱਚੇ ਨੂੰ ਸਹੀ ਢੰਗ ਨਾਲ ਚੁਣਨੇ ਤੇ ਅਪਣਾਉਣ ਲਈ ਤਿਆਰ ਕਰਦੇ ਹਨ, ਰੁਕਾਵਟ ਤੇ ਚੇਤਨ ਰਣਨੀਤੀ। ਨੈਕਸਟ ਕੁਐਸਚਨ ਕੀ ਆ? ਇਹ ਹੈਗਾ CTB ਦਾ ਸੈਕਿੰਡ ਲਾਸਟ ਕੁਐਸਚਨ ਆ। ਜੋ ਕੋਈ ਬੱਚਾ ਨਿਯਮ ਦੇ ਸਿਧਾਂਤਾਂ ਨਾਲ ਕੋਈ ਨਿਰਣਾ ਲੈਂਦਾ ਹੈ, ਤਰਕ ਨਾਲ ਉਸ ਸਧਾਰਨ ਸਿਧਾਂਤ ਤੋਂ ਖਾਸ ਹੱਲ ਵੱਧਦਾ ਹੈ, ਅਸੀਂ ਇਸ ਨੂੰ ਕੀ ਕਹਾਂਗੇ? ਬੱਚਾ ਨਿਗਨਾਤਮਕ ਕਾਰਨ ਲਾਗੂ ਕਰਨ ਦੇ ਯੋਗ ਹਨ। ਇਹਨਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਕੋਲਬਰਗਸ ਦੇ ਨੈਤਿਕ ਵਿਕਾਸ ਦੀ ਅਵਸਥਾ ਨਹੀਂ ਹੈ? ਨਵੇਂ ਰਿਵਾਇਤੀ ਨੈਤਿਕ ਤਰਕ। ਇਹ ਸੀ ਆਪਣੀ CTP। ਹੁਣ ਆਪਾਂ ਪੰਜਾਬੀ ਦੇ 30 ਕੁਐਸਚਨ ਕਰਦੇ ਹਾਂ। ਹੋਪਸ ਵੀਡੀਓ ਤੁਹਾਨੂੰ ਸਭ ਨੂੰ ਯੂਜ਼ਫੁਲ ਲੱਗੀ। ਲਾਈਕ ਸ਼ੇਅਰ ਜ਼ਰੂਰ ਕਰਿਓ। ਪੰਜਾਬੀ ਦਾ ਕਰਦੇ ਹਾਂ। ਹੇਠ ਲਿਖੀਆਂ ਕਾਵਿ ਸਤਰਾਂ ਨੂੰ ਧਿਆਨ ਨਾਲ ਪੜ੍ਹੋ ਤੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਕਹਿੰਦੇ ਉਹ ਚਾਂਦੀ ਸੋਨੇ ਦੀ ਖੁਦਾ ਕਿਉਂ ਪਿਘਲਦੀ ਜਾ ਰਹੀ ਹੈ ਤੇਰੀ ਨਿਗਾਹ, ਕਿਸ ਲਈ ਹਟਕੋਰਿਆਂ ਦਾ ਸਾਂਗ ਇਹ ਕਿਉਂ ਮਸਰਦਾ ਆ, ਤੇਰਾ ਦਿਲ ਵੀ ਹੈ ਕਿਸੇ ਝੂਠੀ ਤਸੱਲੀ ਦਾ ਮੁਹਤਾਜ, ਵਾਕਿਆਂ ਦੇ ਨਾਲ ਕਰ ਸੁੱਟਿਆ ਬਦਨ ਮੇਰਾ, ਤੂੰ ਕੁਣ ਖਾਦਾ ਸ਼ਤੀਰ ਤੇ ਮੇਰਾ ਉਹ ਰੂਹ ਅਮੀਰ, ਜਿਸ ਤੇ ਮੈਨੂੰ ਮਾਣ ਸੀ। ਰੋਜ਼ ਇੱਦਾਂ ਤੜਪ ਕੇ ਬੁਝਦੀ ਗਈ, ਰੋਜ਼ ਇੱਦਾਂ ਤੜਪ ਕੇ ਸੌਂਦੀ ਰਹੀ, ਜਿਸ ਤਰ੍ਹਾਂ ਬਿਜਲੀ ਦੀ ਹਿੱਕ ਵਿੱਚ ਇੱਕ ਕਲੇਵਾਂ ਇੱਕ ਲੰਗਾਰ। ਤੈਨੂੰ ਦਿਲਚਸਪੀ ਹੈ ਕਿ ਜੇ ਮੈਂ ਆਪਣੀ ਮੌਤ ਵਰਗੀ ਜ਼ਿੰਦਗੀ ਨੂੰ ਮੌਤ ਕਰ ਦਿੱਤਾ ਹੈ ਆਪ, ਜੇ ਮੈਂ ਕਾਲਖ ਜ਼ਿੰਦਗੀ ਦੇ ਕਲੇਜੇ ਖੋਭ ਦਿੱਤੀ ਤੜਪਦੀ ਬਿਜਲੀ ਇਹਨਾਂ ਹੱਥਾਂ ਦੇ ਨਾਲ, ਜੰਮ ਗਿਆ ਹੈ ਮੇਰਾ ਖੂਨ ਤੇਰੀਆਂ ਮਿੱਲਾਂ ਤੇ ਪਹੀਆਂ ਦਾ, ਤੇ ਨਹੀਂ ਹੋਈ ਜਾਮ ਤੇਰੇ ਰੋਲਰ ਰੋੜਿਆਂ ਨੂੰ ਪਸੀਦੇ ਜਾਂਦੇ ਨੇ ਅੱਜ, ਹੋਰ ਨੇ ਲੱਖਾਂ ਸ਼ਰੀਰ ਜੇ ਤੂੰ ਚਾਹੇ ਤਾਂ ਬਣਾ ਸਕਦਾ ਹੈ ਕੁਣ ਖਾਦੇ ਸ਼ਤੀਰ, ਹੋਰ ਨਹੀਂ ਕਈ ਦਿਲ ਅਮੀਰ ਜੋ ਕੋਈ ਤੇਰੀ ਖਾਤਰ ਤੜਪ ਕੇ ਸੌ ਜਾਣ ਨੂੰ ਤਿਆਰ ਨੇ, ਤੇਰੀ ਖਾਤਰ ਤੜਪ ਕੇ ਬੁਝ ਜਾਣ ਨੂੰ ਤਿਆਰ ਨੇ। ਅਸਤ ਵੇਲੇ ਦੀ ਕਿਰਨ ਨੂੰ ਵੇਖ ਕੇ ਕੁਝ ਯਾਦ ਕਰ, ਬਿਜਲੀ ਨੂੰ ਕਿੱਥੇ ਖੋਭਿਆ ਗਿਆ ਹੈ ਕਲੇਜੇ ਦੇ ਵਿੱਚ। ਹਟਕੋਰਿਆਂ ਦਾ ਸਾਂ ਕਰਨ ਵਾਲਾ ਕੌਣ ਹੈ? ਰੱਬ। ਕਵਿਤਾ ਵਿੱਚ ਤੜਪ ਕੇ ਕੀ ਕੁਝ ਬੁਝ ਰਿਹਾ ਹੈ? ਆਤਮਾ। ਫਾਕਿਆਂ ਦੇ ਨਾਲ ਸਰੀਰ ਦੀ ਬਣਿਆ ਹੈ ਸ਼ਤੀਰ। ਰੋੜੇ ਸ਼ਤੀਰ ਸ਼ਬਦ ਕਿਸ ਲਈ ਵਰਤੇ ਗਏ ਹਨ? ਇਨਸਾਨਾਂ ਦੇ ਲਈ। ਕਾਵ ਮੈਨੂੰ ਕਿਸ ਤੇ ਮਾਣ ਸੀ? ਰੂਹ ਤੇ। ਕਾਵਿ-ਬੰਧ ਵਿੱਚ ਜ਼ਿੰਦਗੀ ਕਿਹੋ ਜਿਹੀ ਚਿਤਰਿਆ ਗਿਆ ਹੈ? ਕਾਲਖ ਵਰਗੀ। ਨੈਕਸਟ ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਤੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਭੈਣ ਤਰਿੰਜਾਂ ਵਿੱਚ ਬੈਠ ਕੇ ਸ਼ੋਪ ਪਾ ਕੇ ਬੜੀ ਰਾਤ ਤਾਈਂ ਮੈਂ ਤੜਕੇ ਸੂਤ ਕੱਤਿਆ ਕਰਦੀ ਸੀ। ਉਸਨੂੰ ਗੁੱਡੀਆਂ ਪਟੋਲਿਆਂ ਨਾਲ ਖੋਲ੍ਹਣ ਦੀ ਆਦਤ ਨਹੀਂ ਸੀ ਤੇ ਨਾ ਹੀ ਭਾਦੋਂ ਦੀ ਲੰਮੀ ਔੜ ਸਮੇਂ ਕੁੜੀਆਂ ਨਾਲ ਜਾ ਕੇ ਗੁੱਡੀ ਫੂਕਿਆ ਕਰਦੀ ਸੀ। ਬੇਬੇ ਦਾ ਕਹਿਣਾ ਸੀ ਉਹ ਮਾਨਸੀ ਸੀ। ਸਮਾਧ ਰੂਪ ਵਿੱਚ ਨਿੱਕੀ ਮਿੱਟੀ ਜੋ ਖੂਹ 'ਤੇ ਬਣੀ ਸੀ, ਚੰਦ ਦੀ 10ਵੀਂ ਵਾਲੇ ਦਿਨ ਆਥਣੇ ਦਿਨ ਛਿਪਿਆਏ ਸਮੇਂ ਜੋਤ ਬਾਲਦੀ।
ਭਾਵੇਂ ਉਹ ਮਿੱਟੀ ਕਿਸੇ ਸ਼ਹੀਦ ਦੀ ਥਾਂ ਆਪਣੇ ਹੀ ਕਿਸੇ ਵਡਾਰੂ ਪਿਓ ਦਾਦੇ ਪੜਦਾਦੇ ਦੀ ਯਾਦ ਵਿੱਚ ਬਣੀ ਹੁੰਦੀ ਸੀ, ਜਿਨ੍ਹਾਂ ਨੇ ਖੇਤ ਵਿੱਚ ਦਿਨ ਰਾਤ ਕਰੜੀ ਮਿਹਨਤ ਕੀਤੀ ਸੀ। ਚਾਦਰਾਂ ਉੱਤੇ ਉਹ ਰੇਸ਼ਮੀ ਰੰਗਦਾਰ ਲੱਛਾਂ ਨਾਲ ਫੁੱਲ ਵੇਲਾਂ ਬੂਟੇ ਪਾਉਂਦੀ ਸੀ। ਇਸ ਕਲਾ ਨੂੰ ਕਸ਼ੀਦਾ ਕੱਢਣਾ ਕਹਿੰਦੇ ਸਨ ਅਤੇ ਖੱਦਰ ਦੀ ਲਾਲ ਚਾਦਰ ਦੀ ਫੁਲਕਾਰੀ ਨੂੰ ਬਾਗ ਕਹਿੰਦੇ ਸਨ। ਮੈਨੂੰ ਕੱਤੇ ਦਾ ਉਹ ਦਿਨ ਅਜੇ ਤਾਈਂ ਚੇਤੇ ਹੈ ਜਦੋਂ ਕਪਾਹ ਖਿੜ ਰਹੀ ਸੀ। ਬੇਬੇ ਨਾਲ ਭੈਣ ਖੂਹ 'ਤੇ ਇੱਕ ਖੇਤ ਦੀ ਕਪਾਹ ਚੁਗਣ ਗਈ ਸੀ। ਉਸਨੇ ਕੀੜਿਆਂ ਦੀ ਭੌਣ ਉੱਤੇ ਤਿਲ ਚੌਲ ਘੇਰੇ ਸਨ। ਕੋਈ ਟੀਂਡਾ ਤਿੜਕ ਰਿਹਾ ਸੀ ਅਤੇ ਕਪਾਹ ਦੇ ਚਿੱਟੇ ਮੋਟੇ ਫੁੱਟ ਲਮਕ ਰਹੇ ਸਨ। ਭੈਣ ਬੋਲੀ ਸੀ, ਕਪਾਹ ਤਾਂ ਤਾਰਿਆਂ ਵਾਂਗ ਖਿੜੀ ਹੋਈ ਹੈ। ਮੈਨੂੰ ਉਸ ਦਿਨ ਦੇ ਕਪਾਹ ਨਾਲ ਪਿਆਰ ਹੋ ਗਿਆ ਸੀ। ਫਿਰ ਉਸਨੇ ਮੰਜਿਆਂ ਉੱਤੇ ਵਿਛਾਉਣੀਆਂ ਦੀ ਥਾਂ ਦਰੀਆਂ ਬੁਣਨੀਆਂ ਸ਼ੁਰੂ ਕਰ ਦਿੱਤੀਆਂ। ਮੋਟਾ ਸੂਤ ਉਸਨੇ ਆਪ ਕੱਤਿਆ। ਬਾਪੂ ਤਰਖਾਣਾ ਤੇ ਕਾਰਖਾਨੇ ਦੀ ਲੱਕੜ ਦੀ ਘੋੜੀ ਬਣਵਾ ਲਿਆਇਆ ਸੀ। ਮੰਡੀ ਤੋਂ ਪੰਜਾ ਵੀ ਆ ਗਿਆ ਸੀ। ਬੇਬੇ ਦੇ ਪੁਰਾਣੇ ਸੰਦੂਕ ਨੂੰ ਉਸ ਦਰੀਆਂ ਨਾਲ ਭਰ ਦਿੱਤਾ। ਬਚੇ ਹੋਏ ਸੂਤ ਦੇ ਮੋਟੇ ਧਾਗਿਆਂ ਨਾਲ ਮੈਂ ਗੇਂਦਾਂ ਬਣਾਈਆਂ। ਭੈਣ ਦਾ ਹੱਥ ਚੁੱਲ੍ਹੇ 'ਤੇ ਵੀ ਕਾਲਾ ਚੱਲਦਾ ਸੀ। ਉਹ ਕਹਿੰਦੀ ਸੀ ਕਿ ਮੈਂ ਤੁਰੇ ਜਾਂਦੇ ਸਵਾਰ ਲਈ 5 ਮਿੰਟ ਵਿੱਚ ਰੋਟੀ ਲਾ ਸਕਦੀ ਹਾਂ। ਮੇਰਾ ਬਾਬਾ ਉਸਦੇ ਹੱਥਾਂ ਦੀ ਕਿਰਤ ਉੱਤੇ ਪ੍ਰਸੰਨ ਸੀ। ਉਸਨੇ ਘਰ ਦੀ ਮੁਖਤਿਆਰੀ ਇਸੇ ਨੂੰ ਸੰਭਾਲ ਦਿੱਤੀ ਸੀ। ਇੱਕ ਸੰਸਥਾ ਦਾ ਮੁਖੀ ਮੇਰੇ ਬਾਬੇ ਕੋਲ ਅਮਾਨਤ ਵਿੱਚ ਰਕਮਾਂ ਜਮ੍ਹਾਂ ਕਰਾਉਂਦਾ ਰਿਹਾ ਸੀ ਅਤੇ ਬਾਬਾ ਉਹਨਾਂ ਨੂੰ ਰਕਮਾਂ ਨੂੰ ਆਪਣੀ ਸਪੋਤੀ ਕੋਲ ਜਮ੍ਹਾਂ ਕਰ ਦਿੰਦਾ ਸੀ। ਮੋੜਨ ਵੇਲੇ ਪੂਰੀ ਰਕਮ ਤਾਰੀ ਗਈ, ਪਰ ਮੁਖੀ ਬੋਲਿਆ ਕਿ ਤੁਸੀਂ ਮੈਨੂੰ ਵੱਧ ਪੈਸੇ ਦੇ ਦਿੱਤੇ ਹਨ, ਪਰ ਜਦ ਹਿਸਾਬ ਕੀਤਾ ਪੈਸੇ ਪੂਰੇ ਸਨ। ਮੁਖੀ ਖੁਸ਼, ਬਾਬਾ ਖੁਸ਼। ਕੁੜੀ ਦੇ ਧੇਲੇ ਦੇ ਹਿਸਾਬ ਉੱਤੇ ਬਾਪੂ ਨੇ ਹਰ ਫਸਲ 'ਤੇ ਪੈਸੇ ਭੈਣ ਕੋਲ ਹੀ ਜਮ੍ਹਾਂ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ। ਇਉਂ 2 ਪੀੜ੍ਹੀਆਂ ਘਰ ਦੀ ਚੌਧਰ ਭੈਣ ਦੇ ਹੱਥ ਹੀ ਰਹੀ ਸੀ। ਸੰਸਥਾ ਦਾ ਮੁਖੀ ਬਾਬੇ ਕੋਲ ਕੀ ਰੱਖਦਾ ਸੀ? ਰਕਮ। ਘਰ ਦੀ ਮੁਖਤਿਆਰੀ ਕਿਸ ਦੇ ਹੱਥ ਵਿੱਚ ਸੀ? ਭੈਣ ਦੇ। ਭੈਣ ਤ੍ਰਿੰਚ ਵਿੱਚ ਬੈਠ ਕੇ ਕੀ ਕਰਦੀ ਸੀ? ਸੂਤ ਕਰਦੀ ਸੀ। ਭੈਣ ਸਮਾਧ 'ਤੇ ਜੋਤ ਕਦ ਬਾਲਦੀ ਸੀ? 10ਵੀਂ ਵਾਲੇ ਦਿਨ। ਭੈਣ ਨੇ ਕੀੜੀਆਂ ਦੇ ਭੌਣ 'ਤੇ ਕੀ ਸੁੱਟਿਆ ਸੀ? ਤਿਲ ਚੌਲ। ਫੁੱਲ ਬੇਲਾਂ ਬੂਟੇ ਕਿੱਥੇ ਪਾਏ ਜਾਂਦੇ ਸਨ? ਚਾਦਰਾਂ ਵਿੱਚ। ਬੇਬੇ ਦੇ ਪੁਰਾਣੇ ਸੰਦੂਕ ਨੂੰ ਕਿਸ ਨਾਲ ਭਰਿਆ ਸੀ? ਦਰੀਆਂ ਦੇ ਨਾਲ। ਭੈਣ ਕਿੰਨੇ ਮਿੰਟ ਵਿੱਚ ਰੋਟੀ ਲਾ ਸਕਦੀ ਸੀ? 5 ਮਿੰਟ ਦੇ ਵਿੱਚ। ਉੱਚ ਪਦਾਰਥਕ ਸਤਰ 'ਤੇ ਪੜ੍ਹਾਉਣ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਕੀ ਹੈ? ਪੜ੍ਹੀ ਗਈ ਸਮੱਗਰੀ ਦੇ ਆਧਾਰ 'ਤੇ ਨਿਸ਼ਕਰਸ਼ ਕੱਢਣਾ। ਪੰਜਾਬੀ ਭਾਸ਼ਾ ਸਿਖਾਉਣ ਵਿੱਚ ਹੋਣ ਵਾਲੀ ਗਲਤੀਆਂ। ਸੁਭਾਵਿਕ ਹਨ, ਇਹਨਾਂ ਨੂੰ ਸਖਤੀ ਨਾਲ ਨਹੀਂ ਲੈਣਾ ਚਾਹੀਦਾ। ਪੰਜਾਬੀ ਭਾਸ਼ਾ ਦੇ ਅਧਿਆਪਕ ਹੋਣ ਦੇ ਨਾਤੇ ਤੁਸੀਂ ਵਿਗਿਆਨ ਦੇ ਹਿਸਾਬ ਪਾਠਾਂ ਨੂੰ ਵੀ ਸਹਾਇਕ ਸਮੱਗਰੀ ਦੇ ਰੂਪ ਵਿੱਚ ਇਸਤੇਮਾਲ ਕਰ ਸਕਦੇ ਹੋ। ਇਸ ਦਾ ਪ੍ਰਮੁੱਖ ਆਧਾਰ ਹੈ ਵਿਗਿਆਨ ਦੇ ਪਾਠ ਭਾਸ਼ਾ ਸਿਖਾਉਂਦੇ ਹਨ। ਬੱਚਿਆਂ ਵਿੱਚ ਜਨਮਜਾਤ ਭਾਸ਼ਿਕ ਯੋਗਤਾ ਹੁੰਦੀ ਹੈ। ਇਸ ਦਾ ਇੱਕ ਵਿਦਿਅਕ ਕਥਨ ਹੈ, ਬੱਚਿਆਂ ਨੂੰ ਭਰਪੂਰ ਭਾਸ਼ਿਕ ਚੌਗਿਰਦਾ ਅਤੇ ਭਾਸ਼ਾ ਪ੍ਰਯੋਗ ਦੇ ਮੌਕੇ ਦਿਓ। ਇਹਦੀ ਗ੍ਰੇਸ ਮਾਰਕਿੰਗ ਹੀ ਲੱਗਦੀ ਹੁੰਦੀ ਹੈ। 8ਵੀਂ ਜਮਾਤ ਦੇ ਬੱਚਿਆਂ ਨੂੰ ਸਮਝਾਉਂਦੇ ਹੋਏ ਤੁਸੀਂ ਕਿਸ ਸਵਾਲ 'ਤੇ ਵੱਧ ਧਿਆਨ ਦਿਓਗੇ? ਬਾਜ਼ਾਰ ਵਿੱਚ ਕੀ ਵਿਕਦਾ ਹੈ? ਬਾਜ਼ਾਰ ਵਿੱਚ ਭਰੇ ਮਨ ਨਾਲ ਜਾਣਾ ਦਾ ਕੀ ਮੰਤਵ ਹੈ? ਬਾਜ਼ਾਰ ਦੀਆਂ ਚੀਜ਼ਾਂ ਨੂੰ ਕਿਉਂ ਨਹੀਂ ਖਾਣਾ ਚਾਹੀਦਾ? ਬਾਜ਼ਾਰ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ? ਇਹ ਸਾਰਿਆਂ ਦੀ ਗ੍ਰੇਸ ਮਾਰਕਿੰਗ ਲੱਗੂਗੀ। ਸਾਰੇ ਹੀ ਜਿਹੜੇ ਆਪਸ਼ਨਸ ਨੇ ਰਾਈਟ ਨੇ। ਨੈਕਸਟ ਕੁਐਸਚਨ ਕੀ ਹੈ? ਕਹਿੰਦਾ ਉਸ ਪ੍ਰਾਥਮਿਕ ਦਰਜੇ ਲਈ ਭਾਸ਼ਾ ਦੇ ਅਧਿਆਪਕ ਦੇ ਰੂਪ ਵਿੱਚ ਤੁਸੀਂ ਕਿਸ ਨੂੰ ਵੱਧ ਮਹੱਤਵ ਦਿੰਦੇ ਹੋ? ਵੱਖਰੇ ਸੰਦਰਭ ਵਿੱਚ ਪੰਜਾਬੀ ਭਾਸ਼ਾ ਦੇ ਇਸਤੇਮਾਲ ਨੂੰ। ਪੰਜਾਬੀ ਭਾਸ਼ਾ ਸਿਖਾਉਣ ਦੇ ਸੰਦਰਭ ਵਿੱਚ ਕਿਹੜਾ ਕਥਨ ਸਹੀ ਹੈ? ਪੰਜਾਬੀ ਭਾਸ਼ਾ ਦਾ ਅਮੀਰ ਚੌਗਿਰਦਾ ਭਾਸ਼ਾ ਸਿੱਖਣ ਵਿੱਚ ਮਦਦ ਕਰਦਾ ਹੈ। ਨੈਕਸਟ ਕੁਐਸਚਨ ਕੀ ਆਪਣਾ? ਕਹਿੰਦਾ ਕਿਸੇ ਕਵਿਤਾ ਨੂੰ ਪੜ੍ਹਾਉਂਦੇ ਸਮੇਂ ਤੁਸੀਂ ਕਿਸ ਨੁਕਤੇ 'ਤੇ ਵੱਧ ਜ਼ੋਰ ਦਿਓਗੇ? ਠੀਕ ਹਾਵ ਭਾਵਨਾ ਕਵਿਤਾ ਪਾਠ 'ਤੇ। ਭਾਸ਼ਾ ਆਪਣੇ ਵਾਜੇ ਇੱਕ ਨੇਮਬੱਧ ਢਾਂਚਾ ਹੈ। ਭਾਸ਼ਾ ਦੇ ਸੰਦਰਭ ਵਿੱਚ ਇਹ ਕਥਨ ਬਿਲਕੁਲ ਸੱਚ ਹੈ। ਵਿਆਕਰਨ ਪੜ੍ਹਾਉਣ ਦੀ ਕਿਸ ਵਿਧੀ ਵਿੱਚ ਉਦਾਹਰਨ ਤੋਂ ਨੀਮ ਵੱਲ ਜਾਂਦੇ ਹਨ? ਆਗਮਨ ਵਿਧੀ ਦੇ ਵਿੱਚ। ਬੱਚਿਆਂ ਵਿੱਚ ਭਾਸ਼ਾ ਸਿੱਖਣ ਦੀ ਜਨਮਜਾਤ ਹੀ ਯੋਗਤਾ ਹੁੰਦੀ ਹੈ। ਇਸ ਕਥਨ ਦਾ ਸੰਬੰਧ ਕਿਸ ਨਾਲ ਹੈ? ਨੋਮ ਚੌਸਕੀ ਦੇ ਨਾਲ। ਵਾਈਗੋਸਕੀ ਨੇ ਭਾਸ਼ਾ ਸਿੱਖਣ ਦੇ ਸੰਦਰਭ ਵਿੱਚ ਸਭ ਤੋਂ ਵੱਧ ਜ਼ੋਰ ਕਿਸ 'ਤੇ ਦਿੱਤਾ ਹੈ? ਸਮਾਜ 'ਤੇ। ਭਾਸ਼ਾ ਦੀ ਸਮਾਵੇਸ਼ੀ ਜਮਾਤ ਵਿੱਚ ਆਡੀਓ ਵੀਡੀਓ ਸਮੱਗਰੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਇਹਦੇ ਨਾਲ ਕੀ ਹੁੰਦਾ? ਇਸ ਨਾਲ ਬੱਚਿਆਂ ਦੀਆਂ ਵੱਖਰੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਨੈਕਸਟ ਕੁਐਸਚਨ ਕੀ ਹੈ? ਕਹਿੰਦਾ ਰਾਜੀਵ ਦੀ ਜਮਾਤ ਵਿੱਚ ਇੱਕ ਬੱਚਾ ਕਦੀ ਪੰਜਾਬੀ ਬੋਲਦੇ ਸਮੇਂ ਆਪਣੀ ਉੜੀਆ ਬੋਲੀ ਦੇ ਸ਼ਬਦਾਂ ਦਾ ਪ੍ਰਯੋਗ ਕਰਨ ਲੱਗ ਜਾਂਦਾ ਹੈ। ਰਾਜੀਵ ਨੂੰ ਕੀ ਕਰਨਾ ਚਾਹੀਦਾ? ਉੜੀਆ ਸ਼ਬਦਾਂ ਦੀ ਥਾਂ ਪੰਜਾਬੀ ਭਾਸ਼ਾ ਦੇ ਸ਼ਬਦ ਪ੍ਰਯੋਗ ਕਰਦੇ ਹੋਏ ਉਸ ਨੂੰ ਦੁਹਰਾਇਆ ਜਾਵੇ। ਇਹ ਸੀ ਆਪਣੇ ਪੰਜਾਬੀ ਦੇ 30 ਕੁਐਸਚਨ। ਹੁਣ ਆਪਾਂ ਕਰਦੇ ਹਾਂ ਇੰਗਲਿਸ਼ ਦਾ 30 ਕੁਐਸਚਨ। ਕੀ ਕਹਿੰਦੇ ਕਿ ਪਲੀਜ਼ ਰੀਡ ਦੀ ਪੈਸੇਜ ਕੇਅਰਫੁਲੀ ਐਂਡ ਆਂਸਰ ਦੀ ਫੋਲੋਇੰਗ ਕੁਐਸਚਨ। ਪਲੀਜ਼ ਤੁਸੀਂ ਪੌਜ਼ ਕਰਕੇ ਉਹਨੂੰ ਰੀਡ ਕਰ ਲਿਓ। ਪ੍ਰੋਨਾਊਂਸੀਏਸ਼ਨ 'ਚ ਪ੍ਰੋਬਲਮ ਹੋਏਗੀ, ਪਲੀਜ਼ ਨੈਗੇਟਿਵ ਕਮੈਂਟ ਨਾ ਕਰ ਦਿਓ। ਇਟਸ ਮਾਈ ਹੰਬਲ ਰਿਕੁਐਸਟ। ਓਕੇ, ਤੁਸੀਂ ਪਾਸ ਕਰਕੇ ਪੈਸੇਜ ਪੜ੍ਹ ਲਿਓ। ਆਪਾਂ ਵੀਡੀਓ ਨੂੰ ਕੰਟੀਨਿਊ ਕਰਦੇ ਹਾਂ।
According to the paragraph 1 in the passage for the character of Blanches Dobes is internationally over dramatic and theatrical. Paragraph 2 in the passage argue the Marlon Brando's portrayal of Stanley Comey. First, aren't the actor great fame is more announced than the part that is written, is what really made a streetcar named Desire classical. Both paragraph 1 and paragraph 2 in the passage argue that a streetcar named Desire has more than one true meaning. In the passage, author focus on the Marlon Brando's portrayal on the Stanley Kowalski as being particularly memorable and powerful. Pronunciation problem है, please नेगेटिव कमेंट ना करियो. Brando's interruption of the play makes the play indebtable owing to the portrayal of the Kowalska's helplessness coupled with brutality. Paragraph 1 of the passage provide each of the following except background information on the time that produced a streetcar named Desire. It can be inferred that paragraph 1 and that a streetcar named Desire did not have socialist learnings. Next para. Please read the passage carefully and answer the following questions. ਤੁਸੀਂ ਪੈਰਾਗ੍ਰਾਫ ਨੂੰ ਪੜ੍ਹ ਲਿਓ ਪਾਉਜ਼ ਕਰਕੇ. ਇਹਦੇ ਜਿਹੜੇ ਪੈਰਾਸੀਜ਼ ਹੁੰਦੇ ਨਾ ਕਾਫੀ ਡਿਫਿਕਲਟ ਹੁੰਦੇ ਨੇ, ਪ੍ਰੋਨਾਊਂਸੀਏਸ਼ਨ ਆਪਣੇ ਪੰਜਾਬੀਆਂ ਲਈ ਥੋੜੀ ਮੁਸ਼ਕਿਲ ਹੋ ਜਾਂਦੀ ਹੈ, ਬਟ ਆਪਾਂ ਕੇਅਰ ਨਹੀਂ ਕਰਦੇ. Okay. People thought that the Wright brothers had acted without thinking. The Wrights interested in flight grew into a need to act. Lenthanel's idea about controlling airborne vehicles was disliked by. The old tables were dashed and replaced by the first reliable figures for air pressure on covered furniture. Invalidated. The Wrights designed and built their own source of dash force for moving forward. The brothers were the first to build the full-size machine that could fly by itself. Next question क्या है? The idea of flying an aircraft was dashed to some people. क्या है some people? Needless. The negative reaction of the experiment repelled Wright brothers to announce their inventions of machine. Which one is not a method of teaching spelling? Grammarization. When grammar is taught not as a separate subject but along with the related functional grammar. 2 and 2 make 4. This sentence is assertive. Which of the following is not a fundamental principle of the grammed instructions textbooks? Passive responding. Which of the following perspective propels language to be a biological process? In a nutshell, English is given the status of international language of India. Assisted official language of India. Theatre activities in language class enhance creativity in the language used with expression. Asking learners to suggest an alternative title to a story would encourage them to revisit the story mentally and think critically about it. Next question क्या है? Writing can be best enhanced through preparing drafts after brainstorming and editing further. Next question क्या है? Multimedia resources can be used effectively with higher classes only. An essay on the topic population is example of an expository text. According to the critical period hypothesis, which of the following factors linked to the language acquisition? Motivation. The object of 3 language formula is through the promotion of multi-languages, which is not a compulsory component of model reading. क्या है? Stress and pause. Okay, अगर हम ਆਪਾਂ ਕਰਦੇ ਹਾਂ SST ਦੇ ਹੇਠ ਦਿੱਤਿਆਂ ਵਿੱਚੋਂ ਕਿਹੜਾ ਜੋੜ ਸਹੀ ਹੈ? ਕੋਲਗਦਰ 1881
31-32 ਚ ਹੋਇਆ ਸੀ। ਸੰਥਾਲ ਗਦਰ 1855 ਵਿੱਚ ਹੀ ਹੋਇਆ ਸੀ। ਬਸਤਰ ਗਦਰ 910 ਦੇ ਵਿੱਚ ਹੀ ਹੋਇਆ ਸੀ। ਵਰਲੀ ਗਦਰ 1940 ਦੇ। ਸੋ ਸਾਰੇ ਹੀ ਸਹੀ ਨੇ। ਨੈਕਸਟ ਕੁਐਸਚਨ ਕੀ ਆ, ਆਪਾਂ ਤੁਹਾਡਾ ਫਾਸਟ ਚੱਲਦੇ ਹਾਂ ਕਿਉਂਕਿ ਜਿਹੜੀ ਵੀਡੀਓ ਲੰਬੀ ਚੱਲ ਜਾਂਦੀ ਫਿਰ ਆਪਾਂ ਉਹ 'ਚ ਪ੍ਰੋਬਲਮ ਆਉਂਦੀ ਹੈ। ਕਿਸ ਕਵੀ ਨੇ ਕਿਹਾ ਦਿੱਲੀਆਂ ਦੀਆਂ ਸੜਕਾਂ ਸਿਰਫ ਸੜਕਾਂ ਨਹੀਂ ਸਗੋਂ ਕਿਸੇ ਚਿੱਤਰਕਾਰ ਦੀ ਕਲਾਕ੍ਰਿਤੀ ਵਾਂਗ ਹਨ? ਮੀਰ ਤਕੀ ਮੀਰ ਨੇ। ਜਨਾਨ ਦੰਦਨੀ ਸਤਿੰਦਰ ਨਾਥ ਟੈਗੋਰ ਦੀ ਪਤਨੀ, ਪਹਿਲੀ ਭਾਰਤੀ ICS ਮੈਂਬਰ ਸੰਬੰਧਿਤ ਸੀ। ਬ੍ਰਾਹਮਿਕ ਸਟੱਡੀਜ਼। ਚਾਰਲਸ ਦੋ ਦੀ ਰਾਜਕੁਮਾਰੀ ਨਾਲ ਵਿਆਹ ਤੋਂ ਬਾਅਦ ਸੰਨ 1661 ਵਿੱਚ ਬੰਬਈ ਦੇ ਨਜ਼ਦੀਕ ਦੇ ਟਾਪੂਆਂ ਦਾ ਕਬਜ਼ਾ ਬ੍ਰਿਟਿਸ਼ ਹੱਥਾਂ ਵਿੱਚ ਚਲਾ ਗਿਆ। ਇਸ ਰਾਜਕੁਮਾਰੀ ਕੋਲ ਕਿਹੜੀ ਨਾਗਰਿਕਤਾ ਸੀ? ਪੁਰਤਗਾਲੀ। ਭਾਰਤ ਦੇ ਪੁਰਾਤੱਤਵ ਵਿਭਾਗ ਦਾ ਪਹਿਲਾ ਡਾਇਰੈਕਟਰ ਜਨਰਲ ਕੌਣ ਸੀ? ਕਨਿੰਗ। ਪ੍ਰਗਿਰਿਆ ਪ੍ਰਸਤੁਤੀ, ਜੋ ਕਿ ਇਲਾਹਾਬਾਦ ਦੇ ਸਤੰਭ ਲੇਖ ਦੇ ਨਾਂ ਨਾਲ ਜਾਣੀ ਜਾਂਦੀ ਹੈ, ਕਿਸ ਰਾਜ ਦੇ ਰਾਜਕਵੀ ਦੁਆਰਾ ਲਿਖੀ ਗਈ ਸੀ? ਸਮੁੰਦਰਗੁਪਤ। ਕਿਤਾਬੁਲ ਹਿੰਦ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ? ਇਹ ਇਬਨ ਬਤੂਤਾ ਦੀ ਲਿਖੀ ਹੋਈ ਹੈ। ਇਹ ਪਰਮਿਸ਼ਨ ਵਿੱਚ ਲਿਖੀ ਗਈ ਹੈ, ਗਲਤ ਹੈ। ਹੇਠ ਲਿਖਿਆਂ ਵਿੱਚੋਂ ਕਿਹੜੇ ਕਥਨ ਜੁੱਟ ਗਲਤ ਹੈ? ਕਿਹੜਾ ਜੁੱਟ ਗਲਤ ਹੈ? ਸ਼ੇਖ ਹਮਜ਼ਾਦੁਦੀਨ ਸਜੀਦੀ, ਇਹ ਵੀ ਗਲਤ ਹੈ। ਸ਼ੇਖ ਫਰਾਦੁਦੀਨ ਗੰਜੇ ਸ਼ੰਕਰ ਬਠਿੰਡਾ, ਇਹ ਵੀ ਗਲਤ ਹੈ। ਨੈਕਸਟ ਕੁਐਸਚਨ ਕੀ ਆ, ਹਰੀਹਰਾ ਅਤੇ ਬੁੱਕਾ ਦੀ ਸਥਾਪਨਾ ਦਾ ਸੰਬੰਧ ਕਿਸ ਸ਼ਕਤੀਸ਼ਾਲੀ ਰਾਜ ਨਾਲ ਹੈ? ਵਿਜੇਨਗਰ ਦੇ ਨਾਲ। ਈਸਟ ਇੰਡੀਆ ਕੰਪਨੀ ਵਿੱਚ ਫਰਾਂਸੀਸੀ ਬੁਚਾਨਨ ਕਿਉਂ ਮਹੱਤਵਪੂਰਨ ਸੀ? ਕੰਪਨੀ ਦੇ ਅਧੀਨ ਆਉਣ ਵਾਲੇ ਖੇਤਰ ਦਾ ਸਰਵੇਖਣ ਕੀਤਾ ਗਿਆ ਸੀ। ਈਸਟ ਇੰਡੀਆ ਕੰਪਨੀ ਦੇ ਮੁੱਖ 4 ਜੰਗਾਂ ਵਿੱਚੋਂ 1769 ਤੋਂ 69, 1780 ਤੋਂ 84, 1790 ਤੋਂ 92 ਤੇ 1799 ਕਿਸ ਪ੍ਰਾਂਤ ਨੂੰ ਪ੍ਰਾਪਤ ਕਰਨ ਲਈ ਕੀਤੀਆਂ ਗਈਆਂ ਸੀ? ਮੈਸੂਰ। ਹੇਠ ਲਿਖੇ ਮਤਾਂ ਅਨੁਸਾਰ ਕਿਹੜਾ ਮਤ ਮੋਹਨਜੋਦੜੋ ਅਤੇ ਮਹਾ ਇਸ਼ਨਾਨ ਲਈ ਠੀਕ ਨਹੀਂ ਹੈ? ਇੱਥੇ ਹੇਠਲੇ ਸ਼ਹਿਰ ਵਿੱਚ ਬਣਾਏ ਗਏ ਸੀ। ਮਹਾ ਜਨਪਦ ਲਈ ਕਿਹੜਾ ਕਥਨ ਸਹੀ ਨਹੀਂ ਹੈ? ਇਹਨਾਂ ਨੇ ਵਿਸ਼ਾਲ ਕਿਲੇ ਬਣਵਾਏ ਸੀ। ਉਹ ਕਦੀ ਕਦੀ ਜਨਤਾ ਦੁਆਰਾ ਦਿੱਤੇ ਗਏ ਤੋਹਫਿਆਂ 'ਤੇ ਨਿਰਭਰ ਰਹਿੰਦੇ ਸਨ। ਉਪ ਮਹਾਦੀਪ ਵਿੱਚ ਰਾਜ ਕਰਨ ਵਾਲੇ ਕਿਹੜੇ ਰਾਜ ਨੇ ਸਭ ਤੋਂ ਪਹਿਲਾਂ ਸੋਨੇ ਦੇ ਸਿੱਕੇ ਚਲਾਏ ਸੀ? ਕੁਸ਼ਾਣ ਰਾਜਾ ਨੇ। ਸ਼ਬਦ ਦਿੱਲੀਵਾਲ ਨੂੰ ਕਿਸ ਨਾਲ ਜੋੜਿਆ ਜਾਂਦਾ ਹੈ? ਤੋਮਰ ਤੇ ਚੌਹਾਨ ਰਾਜਾਂ ਦੇ ਅਧੀਨ ਦਿੱਲੀ ਵਿੱਚ ਚਲਾਏ ਜਾਣ ਵਾਲੇ ਸਿੱਕੇ ਦੇ ਨਾਲ। ਕੜੀਦਾਰ ਜਾਂ ਖੁੰਟੀਦਾਰ ਸੂਚਕ ਹਨ। ਸ਼ੁਰੂਆਤੀ ਮੱਧਕਾਲੀਨ ਭਾਰਤ ਦੇ ਵਸਤੂਕਲਾ ਦਾ ਤਰੀਕਾ। ਮੱਧਕਾਲੀਨ ਭਾਰਤ ਦੇ ਰਾਜੇ ਚੈਟੀਆਰ, ਉਸਵਾਲ, ਬੋਰਾ ਕਿਹਨਾਂ ਵਿੱਚ ਸੀ? ਵਪਾਰ ਸਮੂਹ ਦੇ ਵਿੱਚ। ਹੇਠਲਾ ਕਿਹੜਾ ਕਥਨ ਸ਼ੰਕਰਾਚਾਰਿਆ ਲਈ ਸਹੀ ਨਹੀਂ ਹੈ? ਉਹ ਤਮਿਲਨਾਡੂ ਵਿੱਚ ਜੰਮੇ ਸਨ। ਬ੍ਰਿਟਿਸ਼ ਭਾਰਤ ਦਾ ਇਤਿਹਾਸ ਪੁਸਤਕ ਦਾ ਲੇਖਕ ਕੌਣ ਹੈ, ਜੋ ਕਿ ਭਾਰਤ ਦੇ ਇਤਿਹਾਸ ਨੂੰ 3 ਕਾਲਾਂ ਹਿੰਦੂ, ਮੁਸਲਿਮ ਅਤੇ ਬ੍ਰਿਟਿਸ਼ ਵਿੱਚ ਵੰਡਦਾ? ਜੇਮਸ ਮਿਲ। ਇਹਦੀ ਗ੍ਰੇਸ ਮਾਰਕਿੰਗ ਲੱਗੀ ਹੋਈ ਸੀ ਪੇਪਰ ਦੇ ਵਿੱਚ ਕਿਉਂਕਿ ਸਾਰੇ ਹੀ ਸਹੀ ਸੀ। ਕੁਐਸਚਨ ਨੂੰ ਤੁਸੀਂ ਧਿਆਨ ਨਾਲ ਆਪ ਰੀਡ ਕਰੋ ਅਤੇ ਦੇਖੋ। ਨੈਕਸਟ ਕੁਐਸਚਨ ਕੀ ਆ, ਰਾਜ ਸਭਾ ਨੂੰ ਉੱਪਰਲਾ ਸਦਨ ਵੀ ਕਿਹਾ ਜਾਂਦਾ ਹੈ। ਰਾਜ ਸਭਾ ਲਈ ਕਿਹੜਾ ਕਥਨ ਸਹੀ ਨਹੀਂ ਹੈ? ਰਾਜ ਸਭਾ ਵਿੱਚ ਵਿੱਤ ਬਿੱਲ ਨੂੰ ਰੱਦ ਕਰ ਸਕਦੀ ਹੈ। ਇਸ ਸਾਲ ਵਿੱਚ ਦੱਖਣੀ ਅਫਰੀਕਾ ਦੇ ਵਿੱਚ ਲੋਕਤਾਂਤਰਿਕ ਦੇਸ਼ ਬਣਾਇਆ ਗਿਆ ਸੀ? 1994 ਦੇ ਵਿੱਚ। ਹੇਠ ਲਿਖੇ ਨਾਵਾਂ ਵਿੱਚੋਂ ਕਿਹੜਾ ਨਾਂ ਸੰਵਿਧਾਨ ਸਭਾ ਦਾ ਮੁਖੀ ਵੀ ਸੀ? ਇਸ ਵਕੀਲ ਦੇ ਉਹ ਚੰਪਾਰਣ ਸੱਤਿਆਗ੍ਰਹਿ ਕਰਕੇ ਵੀ ਜਾਣਿਆ ਜਾਂਦਾ ਹੈ? ਡਾਕਟਰ ਰਾਜਿੰਦਰ ਪ੍ਰਸਾਦ। ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਸਥਾਨਕ ਮੀਡੀਆ ਲਈ ਸਹੀ ਨਹੀਂ ਹੈ? ਸਥਾਨਕ ਮੀਡੀਆ ਆਮ ਤੌਰ 'ਤੇ ਸਥਾਨਕ ਭਾਸ਼ਾ ਵਿੱਚ ਹੀ ਦੇਸ਼ ਦੇ ਮੁੱਦਿਆਂ ਨੂੰ ਦੱਸਦਾ ਹੈ। ਸੰਸਦ ਦੀ ਰਚਨਾ ਕਿਵੇਂ ਹੁੰਦੀ ਹੈ? ਰਾਸ਼ਟਰਪਤੀ, ਲੋਕ ਸਭਾ ਅਤੇ ਰਾਜ ਸਭਾ ਦੇ ਦੁਆਰਾ। ਸੰਵਿਧਾਨ ਵਿੱਚ ਕਿਹੜਾ ਪ੍ਰਾਵਧਾਨ ਬਿਨਾਂ ਕਿਸੇ ਬਹਿਸ ਦੇ ਪਾਸ ਹੋ ਜਾਂਦਾ ਹੈ? ਸਾਰੇ ਜਵਾਨਾਂ ਲਈ ਵੋਟ ਦਾ ਅਧਿਕਾਰ। ਕੇਸ਼ਵਾਨੰਦ ਭਾਰਤੀ ਦੇ ਕੇਰਲ ਰਾਜ ਦਾ ਮਾਮਲਾ ਪ੍ਰਸਿੱਧ ਹੈ? ਮੂਲਭੂਤ ਢਾਂਚੇ ਨਾਲ ਸੰਬੰਧਿਤ ਹੈ। ਪੰਚਾਇਤੀ ਰਾਜ ਸੰਸਥਾ ਦਾ ਕਿਹੜਾ ਨਿਯਮ ਹੈ ਜੋ ਉਸਨੂੰ ਸਮਾਜਿਕ ਇਨਸਾਫ ਦੇ ਨਿਯਮ ਨਾਲ ਵੀ ਜੋੜ ਦਿੰਦਾ? ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਔਰਤਾਂ ਲਈ ਰਿਜ਼ਰਵੇਸ਼ਨ। ਕੇਂਦਰ ਦੇ ਰਾਜ ਸਰਕਾਰਾਂ ਨਾਲ ਸੰਬੰਧਿਤ ਸਾਰੇ ਵਿਵਾਦ ਸੁਪਰੀਮ ਕੋਰਟ ਦੇ ਕਿਹੜੇ ਖੇਤਰ ਅਧਿਕਾਰ ਵਿੱਚ ਆਉਂਦੇ ਹਨ? ਪ੍ਰਾਇਮਰੀ ਖੇਤਰ ਅਧਿਕਾਰ। ਸੰਸਦੀ ਰੂਪ ਵਿੱਚ ਬਣੀ ਸਰਕਾਰ ਤੋਂ ਕੀ ਭਾਵ ਹੈ? ਵਿਧਾਨ ਮੰਡਲ ਦੇ ਕਾਰਜਕਾਰੀ ਮੰਡਲ ਦੋਵੇਂ ਇੱਕ ਦੂਜੇ 'ਤੇ ਨਿਰਭਰ ਹਨ। ਨੈਕਸਟ ਕੁਐਸਚਨ, ਮਨੁੱਖੀ ਜਾਤੀ ਨੇ ਆਪਣੇ ਆਪ ਨੂੰ ਹੋਰ ਜਾਨਵਰਾਂ ਨਾਲੋਂ ਸਭ ਤੋਂ ਵੱਧ ਕਿਉਂ ਮੰਨਿਆ ਹੈ? ਤਰਕ। ਕੁੜੀਆਂ ਚਿੱਤਰਕਾਰੀ ਵਿੱਚ ਵਧੀਆ ਹੁੰਦੀਆਂ ਹਨ ਅਤੇ ਮੁੰਡੇ ਖੇਡਾਂ ਵਿੱਚ। ਇਹ ਕਥਨ ਹੇਠਲੇ ਵਿੱਚ ਕਿਸ ਦਾ ਸਹੀ ਉਦਾਹਰਣ ਹੈ? ਪਰੰਪਰਾਗਤ ਦਾ। ਧਰਮ ਨਿਰਪੇਖਤਾ ਇਸ ਦਾ ਹਵਾਲਾ ਦਿੰਦਾ ਹੈ ਕਿ ਧਰਮ ਰਾਜ ਨਾਲੋਂ ਵੱਖਰਾ ਹੈ। ਹੇਠ ਦਿੱਤੇ ਕਥਨਾਂ ਵਿੱਚੋਂ ਕਿਹੜਾ ਭਾਰਤ ਦੀ ਧਰਮ ਨਿਰਪੱਖਤਾ ਦੀ ਨੀਤੀ ਉਲੰਘਣਾ ਕਰਦਾ ਹੈ? ਸਰਕਾਰੀ ਸਕੂਲਾਂ ਵਿੱਚ ਧਾਰਮਿਕ ਤਿਉਹਾਰ ਮਨਾਏ ਜਾਂਦੇ ਹਨ।
ਹੇਠ ਲਿਖੇ ਦੇਸ਼ਾਂ ਵਿੱਚ ਕਿਹੜਾ ਦੇਸ਼ ਜਨਰਲ ਪਰਵੇਜ਼ ਮੁਸ਼ਰਫ ਨੇ 2002 ਦੇ ਵਿੱਚ ਪਾਕਿਸਤਾਨ ਦੇ ਸੰਵਿਧਾਨ ਨੂੰ ਸੋਧਣ ਦੇ ਲਈ ਜਾਰੀ ਕੀਤਾ ਸੀ? ਲੀਗਲ ਫਰੇਮਵਰਕ ਆਰਡਰ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਲੋਕਤੰਤਰ ਲਈ ਸਹੀ ਨਹੀਂ ਹੈ? ਕਿਸੇ ਵੀ ਤਰੀਕੇ ਨਾਲ ਚੋਣ ਹੋ ਜਾ ਸਕਦੀ ਹੈ। ਜਿਹੜੇ ਪ੍ਰਾਂਤ ਕਰਕ ਰੇਖਾ ਨੂੰ ਛੂਹਦੇ ਹਨ ਉਹਨਾਂ ਨੂੰ ਚੁਣੋ? ਮੱਧ ਪ੍ਰਦੇਸ਼, ਝਾਰਖੰਡ ਤੇ ਤ੍ਰਿਪੁਰਾ। ਅੱਜ ਦੀ ਵੀਡੀਓ ਦਾ ਸੈਕਿੰਡ ਲਾਸਟ ਕੁਐਸਚਨ ਹੈ। ਇਹ ਵੀਡੀਓ ਲੰਬੀ ਜਾ ਰਹੀ ਹੈ। ਦੁਨੀਆ ਦਾ ਸਭ ਤੋਂ ਤੇਜ਼ ਜ਼ਮੀਨ ਤੇ ਦੌੜਨ ਵਾਲਾ ਸਤਨਧਾਰੀ ਚੀਤਾ ਸਭ ਤੋਂ ਵਧੀਆ ਤੇ ਪ੍ਰਮੁੱਖ ਬਿੱਲੀਆਂ ਦੀ ਜਾਤੀ ਦਾ ਹਿੱਸਾ ਹੈ। 20ਵੀਂ ਸਦੀ ਤੋਂ ਪਹਿਲਾਂ ਚੀਤਾ ਵੱਡੇ ਪੈਮਾਨੇ ਤੇ ਅਫਰੀਕਾ ਤੇ ਏਸ਼ੀਆ ਵਿੱਚ ਮਿਲਦਾ ਸੀ। ਇਸ ਜਾਤੀ ਨੂੰ ਭਾਰਤ ਵਿੱਚ ਬਹੁਤ ਸਾਲ ਪਹਿਲਾਂ 1952 ਵਿੱਚ ਖਤਮ ਹੋਣ ਦੀ ਕਾਰਗਰ ਤੇ ਘੋਸ਼ਿਤ ਕੀਤਾ ਗਿਆ ਸੀ। ਇਸ ਕਾਰਨ ਤੇ ਏਸ਼ੀਆਈ ਚੀਤਾ ਖਤਮ ਹੋਣ ਦੀ ਕਗਾਰ ਤੇ ਹੈ। ਆਸਰੇ ਤੇ ਭੋਜਨ ਦਾ ਘਟਨਾ। ਨੈਕਸਟ ਕੁਐਸਚਨ ਕੀ ਆ? ਕਹਿੰਦਾ ਹੇਠ ਲਿਖੇ ਕਥਨਾਂ ਦੇ ਧਿਆਨ ਦਿਓ ਤੇ ਫਿਰ ਸਹੀ ਦੀ ਚੋਣ ਕਰੋ। ਪਹਿਲਾ ਸਹੀ ਹੈ, ਕਹਿੰਦੀ ਪੂਰੀ ਦੁਨੀਆ ਵਿੱਚ ਭਾਰਤ ਦਾਲਾਂ ਦਾ ਬਹੁਤ ਵੱਡਾ ਉਤਪਾਦਕ ਤੇ ਗ੍ਰਾਹਕ ਹੈ। ਇਹ ਸ਼ਾਕਾਹਾਰੀ ਭੋਜਨ ਵਿੱਚ ਪ੍ਰੋਟੀਨ ਦਾ ਮੁੱਖ ਸਰੋਤ ਹੈ। ਬਿਲਕੁਲ ਸਹੀ ਆ। ਤੀਸਰਾ ਬਿਲਕੁਲ ਸਹੀ ਹੈ, ਦਾਲਾਂ ਜ਼ਿਆਦਾਤਰ ਦੂਜੀਆਂ ਫਸਲਾਂ ਨਾਲੋਂ ਵਾਰੀਆਂ ਵਿੱਚ ਉਗਾਈਆਂ ਜਾਂਦੀਆਂ ਹਨ। ਬਿਲਕੁਲ ਸਹੀ ਆ। ਭਾਰਤ ਵਿੱਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਤੇ ਕਰਨਾਟਕ ਵੱਧ ਦਾਲਾਂ ਉਗਾਉਣ ਵਾਲੇ ਪ੍ਰਾਂਤ ਹਨ। ਇਹ ਸੀ ਆਪਣੀ ਅੱਜ ਦੀ ਵੀਡੀਓ। ਪਲੀਜ਼ ਵੀਡੀਓ ਨੂੰ ਲਾਈਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ। ਤੁਹਾਡੇ ਸਭ ਦੇ ਪਿਆਰ ਤੇ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ। ਸੋ ਪਲੀਜ਼ ਸਪੋਰਟ ਮੀ ਐਂਡ ਆਲ ਦੀ ਬੈਸਟ ਆਲ ਆਫ ਯੂ ਫॉर ਦੀ ਪ੍ਰੈਪਰੇਸ਼ਨ ਆਫ PSTET exam and CTET exam। ਥੈਂਕ ਯੂ।